ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਤ ਨੰਬਰ 33 ਪ੍ਰੋਫੈਸਰ ਹਿੰਮਤ ਸਿੰਘ ਪਟਿਆਲਾ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹਨ, ਉਹਨਾਂ ਵੱਲੋਂ ਲਿਖੀ ਗਈ ਹੈ। ਭੂਮਿਕਾ ਦੇ ਰੂਪ ਵਿੱਚ ਇਸ ਲਿਖਤ ਦਾ ਸਿਰਲੇਖ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ, ਦੇਰ ਆਇਦ ਦੁਰਸਤ ਆਇਦ। ਇਸ ਪੁਸਤਕ ਦੇ ਸਮੁੱਚੇ ਲਿਖਤੀ ਉਪਰਾਲੇ ਨੇ ਸਾਡੀ ਕਦਰ ਵਧਾਈ ਹੈ, ਕਿਉਂਕਿ ਜਦ ਤੋਂ ਮਸਕੀਨ ਜੀ ਸਾਡੇ ਵਿੱਚੋਂ ਪਰਲੋਕ ਸਿਧਾਰ ਗਏ ਹਨ, ਉਸ ਦਿਨ ਤੋਂ ਮੁੜ ਮੁੜ ਇਹੋ ਗੱਲ ਸਤਾ ਰਹੀ ਸੀ ਕਿ ਆਖਰ ਸਾਡਾ ਕੌਮੀ ਦਿਮਾਗ ਸਾਹਮਣੇ ਆ ਕੇ ਇੱਕ ਨਿਸ਼ਾਨ ਕਾਇਮ ਕਰ ਚੁੱਕੀ ਪ੍ਰਤਿਭਾ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਨੀ ਕਰਨੀ ਨੂੰ ਪੁਸਤਕ ਰੂਪ ਵਿੱਚ ਕਿਉਂ ਨਹੀਂ ਘੋਖ ਪੜਤਾਲਦਾ। ਆਖਰ ਸਾਡੀਆਂ ਸੰਸਥਾਵਾਂ ਉੱਪਰ ਇਹਨਾਂ ਚੇਤਨ ਦਿਮਾਗੀ ਮਾਹਰਾਂ ਦਾ ਬੋਲਬਾਲਾ ਹੈ। ਫਿਰ ਮਸਕੀਨ ਜਿਹੇ ਬੁਲਾਰਿਆਂ ਦੇ ਬੋਲਾਂ ਨੂੰ ਸੁਣ ਚੁੱਕੇ ਰਸੀਏ ਤਸਲੀਮ ਕਿਉਂ ਨਹੀਂ ਸੀ ਕਰ ਰਹੇ ਲਿਖਤੀ ਰੂਪ ਵਿੱਚ। ਉਸ ਜ਼ਮੀਨ ਜਾਇਦਾਦ ਦੀ ਮਲਕੀਅਤ ਕੀ ਆਖੀਏ ਜਿਸ ਦਾ ਲਿਖਤੀ ਅਸ਼ਟਾਮ ਹੀ ਨਾ ਤਿਆਰ ਹੋਇਆ ਹੋਵੇ। ਆਖਰ ਇਸ ਹਥਲੇ ਉਪਰਾਲੇ ਨੇ ਸਾਡੀ ਮਸਕੀਨ ਜੀ ਪ੍ਰਤੀ ਪ੍ਰਤੀਬੱਧਤਾ ਨੂੰ ਮੋਹਰ ਲਗਾਈ ਹੈ ਕਿ ਅਸੀਂ ਵਾਰਸ ਹਾਂ ਉਹਨਾਂ ਬੋਲਾਂ ਦੇ ਜਿਹੜੇ ਮਸਕੀਨ ਜੀ ਵਰਗੇ ਕੌਮੀ ਦਿਲ ਦਿਮਾਗ ਨੇ ਸਾਨੂੰ ਸੁਣਾਏ ਸਨ, ਸੰਗਤ ਰੂਪ ਵਿੱਚ ਅਤੇ ਪ੍ਰਸਾਰ ਮਾਧਿਅਮ ਦੇ ਸਹਾਰੇ। ਅਸੀਂ 1736 ਤੋਂ 1984 ਤੱਕ ਬਹੁਤ ਦੁਖਦਾਈ ਸਮੇਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਉੱਪਰ ਹੰਢਾਏ ਹੋਏ ਹਨ, ਪਰ ਢਾਰਸ ਬੰਧਾਉਣ ਵਾਲਿਆਂ ਵਿੱਚ ਮਸਕੀਨ ਜੀ ਵਰਗੇ ਹੀ ਨਿੱਤਰ ਸਕਦੇ ਸਨ। ਭਲਾ ਕਿੰਨੇ ਕੁ ਕੀਰਤਨੀ ਅਤੇ ਕਥਾਕਾਰ ਹਨ ਜੋ ਅੱਜ ਆਪਣੇ ਵੱਡੇ ਪਰਾਂ ਭਾਵ ਖੰਭਾਂ ਦੀ ਬੁੱਕਲ ਵਿੱਚ ਹੋਰ ਕਥਾਕਾਰ ਕੀਰਤਨੀਆਂ ਨੂੰ ਵੀ ਉਡਾ ਲਿਜਾਂਦੇ ਰਹੇ ਹੋਣ। ਸਵਾਏ ਮਸਕੀਨ ਜੀ ਦੇ ਹੋਰ ਕਿਸੇ ਉੱਪਰ ਨਜ਼ਰ ਨਹੀਂ ਪੈਂਦੀ। ਉਹ ਤਾਂ ਉਸ ਗੌਰਵਮਈ ਵਿਰਸੇ ਦੀ ਯਾਦ ਤਾਜ਼ਾ ਕਰਦੇ ਸਨ ਜਿਸ ਵਿਰਸੇ ਦੇ ਰਿਸ਼ੀ ਲੋਕਾਂ ਦੇ ਸ਼ਿਸ਼ ਅਤੇ ਗੁਰੂ ਪੀਰਾਂ ਦੇ ਸਿੱਖ ਮੋਮਨ ਮੁਰਸ਼ਿਦ ਗੁਰੂ ਦੁਆਲੇ ਤੁਰਦੇ ਫਿਰਦੇ ਰਹਿੰਦੇ। ਵੈਸੇ ਵੀ ਸ੍ਰੀ ਦਸ਼ਮੇਸ਼ ਜੀ ਫਰਮਾਉਂਦੇ ਹਨ, ਅਸਾਂ ਦੇ ਸ਼ਹੀਦੀ ਬਾਬਿਆਂ ਅਤੇ ਅਕਾਲੀ ਸ਼ਹੀਦੀ ਫੌਜਾਂ ਸੰਗਤ ਸਿੰਘ ਬੰਗੇਸਰੀ ਜਿਹਾਂ ਬਾਰੇ ਕਿ ਖਾਲਸਾ ਮੇਰੋ ਸਤਿਗੁਰ ਪੂਰਾ। ਬਾਨ ਪ੍ਰਸਤ ਸ਼ਿਸ਼ਾਂ ਦੀਆਂ ਗੁਰੂਕੁਲਾਂ ਦੀ ਦੀਖਿਆ ਗੁਰੂ ਨਾਨਕ ਮਹਾਰਾਜ ਪਾਸ ਪੁੱਜ ਕੇ ਲੋਕ ਚੌਗਿਰਦੇ ਅੰਦਰ ਕਾਇਮ ਹੋਣ ਲੱਗ ਪਈ ਸੀ। ਇਸੇ ਹੀ ਦੀਖਿਆ ਨੇ ਟਕਸਾਲਾਂ ਸੰਪਰਦਾਵਾਂ ਤੋਂ ਹੁੰਦੇ ਹੋਏ ਸੱਥ ਅਤੇ ਭਾਈ ਵੀਰ ਸਿੰਘ ਤੱਕ ਪੁੱਜ ਕੇ ਸੰਥਿਆ ਭਾਵ ਭੁੰਜੇ ਬਹਿ ਕੇ ਅੱਖਰ ਗਿਆਨ ਦਾ ਰੂਪ ਕਾਇਮ ਕਰ ਲਿਆ। ਭਾਈ ਵੀਰ ਸਿੰਘ ਦੀ ਸੰਥਿਆ ਬਿਰਤੀ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਕਰਨੀ ਬਣਤ ਵਿੱਚ ਮੁਕੰਮਲ ਹੋਈ। ਮਸਕੀਨ ਜੀ ਗੁਰਬਾਣੀ ਵਿਆਕਰਨ ਦੀ ਗੱਲ ਕਰਦਿਆਂ ਸਾਡੇ ਇਸ ਨੁਕਤੇ ਦੇ ਦੁਖਦਾਈ ਅਵੇਸਲੇਪਣ ਤੋਂ ਨਿਰਾਸ਼ ਅਤੇ ਫਿਕਰਮੰਦ ਸਨ। ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਬਾਣੀ ਦੇ ਅੱਖਰ ਦੇ ਅੰਤ ਵਿੱਚ ਟਿਕਾਏ ਉੱਪਰੋਂ ਥੱਲੇ ਵੱਲ ਦੇ ਦੋ ਨੁਕਤੇ ਜਿਸ ਨੂੰ ਵਿਸਰਗ ਸੰਸਕ੍ਰਿਤ ਵਿਦਵਾਨ ਪਾਣਿਨੀ ਦੇ ਸਥਾਪਿਤ ਕੀਤੇ ਵਿਆਕਰਨ ਦੀ ਅਮਿੱਟ ਛਾਪ ਹਨ। ਇਸ ਲਈ ਗੁਰਬਾਣੀ ਅੰਦਰ ਵਿਆਕਰਨ ਦੀ ਗੈਰ ਹਾਜ਼ਰੀ ਦੀ ਗਲਤ ਫਹਿਮੀ ਨਾਲ ਜੁੜੇ ਰਹਿਣਾ ਖਾਮ ਖਿਆਲੀ ਹੀ ਕਹੀ ਜਾ ਸਕਦੀ ਹੈ। ਅੰਕੜੇ ਅੱਖਰ ਨੂੰ ਜ਼ਬਤ ਵਿੱਚ ਹੀ ਟਿਕਾਇਆ ਗਿਆ ਹੈ। ਅਰਥ ਦੇ ਲਈ ਵਿਆਕਰਨ ਪਹਿਲੀ ਮੰਜ਼ਿਲ ਹੈ ਅਤੇ ਪਰਮਾਰਥ ਲਈ ਅਨੁਭਵੀ ਜ਼ੁਹਦ ਅਗਲੀ ਮੰਜ਼ਿਲ ਹੈ। ਮਸਕੀਨ ਸਾਹਿਬ ਭਾਵੇਂ ਸੰਤ ਭੇਖੀ ਨਹੀਂ ਸਨ, ਜਿਨ੍ਹਾਂ ਸੰਤਾਂ ਦੇ ਨਾਲ ਉਹਨਾਂ ਦੇ ਭੇਖ ਵਾਲੇ ਸੈਂਕੜੇ ਜਗਿਆਸੂ ਹੇੜ ਵਾਂਗ ਵਿਚਰਦੇ ਫਿਰਦੇ ਰਹਿੰਦੇ ਹਨ ਟਕਸਾਲੀ ਗਿਆਨ ਪ੍ਰਗਿਆਨ ਦੀ ਖਾਤਰ, ਪਰ ਮਸਕੀਨ ਜੀ ਲੋਕ ਲਿਬਾਸ ਅੰਦਰ ਲੋਕ ਸੰਗਤ ਸਭ ਧਰਮਾਂ ਦੀ ਸਾਂਝੀ ਬੈਠਕ ਕਰਦਿਆਂ ਸੰਤ ਸੁਭਾਵੀ ਰੂਹ ਤੋਂ ਸਵਾਏ ਕੁਝ ਨਹੀਂ ਸਨ ਲੱਗਦੇ। ਉਹਨਾਂ ਅੰਦਰ ਡੇਰੇਦਾਰੀ ਦੀ ਸੀਮਾ ਸੰਕੀਰਨਤਾ ਵੱਲ ਨੂੰ ਨਹੀਂ ਸੀ ਲੈ ਜਾ ਸਕਦੀ। ਇੱਕ ਸੰਸਥਾ ਨਾਨਕ ਪੰਥ ਦੀ ਸੰਸਥਾ ਖਾਲਸਾ ਪੰਥ ਦੇ ਰੂਪ ਵਿੱਚ ਸਿਖਰ ਉੱਤੇ ਪੁੱਜੀ। ਖਾਲਸਾ ਪੰਥ ਦੀ ਮਰਿਆਦਾ ਨੇ ਅਕਾਲ ਤਖਤ ਦੀ ਪ੍ਰਤੀਬੱਧਤਾ ਨੂੰ ਪੰਥਕ ਸੰਸਥਾ ਦੀ ਪ੍ਰਤੀਬੱਧਤਾ ਵਿੱਚ ਢਾਲ ਦਿੱਤਾ।
ਗਿਆਨੀ ਸੰਤ ਸਿੰਘ ਮਸਕੀਨ ਇੱਕ ਸ਼ਖਸੀਅਤ ਅਤੇ ਵਿਅਕਤੀ ਤੋਂ ਟੱਪ ਕੇ ਇੱਕ ਸੁਚੇਤ ਪਹਿਰੇਦਾਰ ਸ਼ਬਦ ਵਿਚਾਰ ਸੰਸਥਾ ਦੇ ਸੇਵਕ ਬਣ ਚੁੱਕੇ ਸਨ। 20ਵੀਂ ਸਦੀ ਦੇ ਸਿੱਖ ਜਗਤ ਦਾ ਆਖਰੀ ਚੌਥਾਈ ਦੌਰਾਨ ਉਹਨਾਂ ਦੇ ਇਸ ਸੰਸਥਾਗਤ ਬਿੰਬ ਵਿੱਚ ਨਿਸ਼ਚੇ ਹੀ ਪ੍ਰਿਥੀ ਚੰਦੀਏ ਦਾਅਵੇਦਾਰ ਮੀਣੇ ਵੀ ਉੱਭਰੇ ਹੋਣਗੇ, ਪਰ ਇੱਕ ਆਮ ਜਗਿਆਸੂ ਲਈ ਮਸਕੀਨ ਜੀ ਸਿੱਖ ਕੌਮ ਦਾ ਇੱਕ ਬੇਸ਼ਕੀਮਤੀ ਹੀਰਾ ਸਨ, ਜਿਨ੍ਹਾਂ ਨੇ ਨਾਮ ਬਾਣੀ ਦੀ ਕਮਾਈ ਅਤੇ ਸ਼ਬਦ ਨੂੰ ਸਾਧਿਆ ਸੀ। ਇਸ ਅੰਤਰੀਵੀ ਗਿਆਨ ਪ੍ਰਗਿਆਨ ਦੇ ਹੀਰੇ ਦੀ ਲਿਸ਼ਕ ਕਦਰਦਾਨ ਜੌਹਰੀਆਂ ਨੇ ਪਛਾਣ ਲਈ ਸੀ। ਗੁਪਤ ਰੂਪ ਵਿੱਚ ਗੁਰਜੋਤ ਜੁਗਤ ਨਾਲ ਜੁੜਿਆ ਗੁਰੂ ਖਾਲਸਾ ਦੂਰੋਂ ਹੀ ਕੌਮੀ ਆਨ ਸ਼ਾਨ ਦੇ ਇਹੋ ਜਿਹੇ ਜਲਾਓ ਪੂਰਨ ਕੋਹੇ-ਨੂਰ ਨੂੰ ਬੜੀਆਂ ਸੁਚੇਤ ਨਜ਼ਰਾਂ ਨਾਲ ਬਖੀਲ ਦੋਖੀਆਂ ਸਰੀਰ ਅਹੰਕਾਰੀਆਂ ਦੀ ਹੈਂਕੜ ਤੋਂ ਸਾਂਭਦਾ ਸੰਭਾਲਦਾ ਰਿਹਾ ਸੀ। ਇਹੋ ਜਿਹੇ ਸੁਚੇਤ ਖੈਰ ਖਵਾਹਾਂ ਵਿੱਚ ਮਸਕੀਨ ਜੀ ਦੇ ਨਿਕਟ ਵਰਤੀਆਂ ਰਾਗੀਆਂ ਵਿਚਾਰਕਾਂ ਸੰਗੀਆਂ ਆਦਿ ਨੂੰ ਵੀ ਸਮਝਿਆ ਜਾ ਸਕਦਾ ਹੈ, ਪਰ ਖੋਟੇ ਢੱਬੂਆਂ ਨੇ ਇਹ ਹੀਰਾ ਸਾਡੀ ਹਾਜ਼ਰ ਹਜ਼ੂਰੀ ਤੋਂ ਲਾਂਭੇ ਕਰਵਾਉਣ ਦਾ ਫਰੇਬ ਜ਼ਰੂਰ ਕੀਤਾ। ਆਸਾ ਰਾਗ ਅੰਦਰ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਉਘਰ ਗਿਆ ਜੈਸਾ ਖੋਟਾ ਢੱਬੂਆ ਨਦਰ ਸਰਾਫਾ ਆਇਆ। ਖੋਟ ਦੇ ਢੱਬ ਦੀ ਮਿਲਾਵਟੀ ਚਤੁਰਾਈ ਵਾਲਿਆਂ ਨੇ ਛੇਤੀ ਹੀ ਐਸੇ ਗੈਰ ਗੰਭੀਰ ਸੱਜਣ ਮਿੱਤ ਨੂੰ ਸਾਡੇ ਤੋਂ ਲਾਂਭੇ ਹੋ ਜਾਣ ਲਈ ਐਸੀ ਖੇਡ ਖੇਡੀ ਕਿ ਅਜ਼ਗੈਬੀ ਮਦਦ ਦੇ ਵਧੇਰੇ ਸਪਸ਼ਟ ਰੂਪ ਵਿੱਚ ਪ੍ਰਗਟ ਹੋਣ ਤੋਂ ਪਹਿਲਾਂ ਹੀ ਆਕਾਸ਼ੀ ਨਜ਼ਰਾਂ ਵਾਲੇ ਗੁਰਮੁਖ ਰੂਪੀ ਦੀਪਕ ਨੂੰ ਗੁੱਲ ਕਰਵਾ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਦੇ ਦੋਖੀ ਪ੍ਰਿਥੀ ਚੰਦੀਏ ਵੀ ਤਾਂ ਸਨ। ਤੁਸੀਂ ਪੁੱਛੋਗੇ ਕਿ ਹੀਰਾ ਕੋਹੇ-ਨੂਰ ਦੋਖੀ ਦੀਵਾ ਗੁੱਲ ਹੋਣ ਜਿਹੇ ਸੰਕੇਤ ਕੀ ਕਹਿ ਰਹੇ ਹਨ? ਉਹ ਕੁਝ ਜੋ ਆਮ ਫਹਿਮ ਵਿਅਕਤੀ ਹਿਰਦੇ ਦੀ ਪਕੜ ਵਿੱਚ ਨਹੀਂ ਆ ਸਕਦੇ, ਪਰ ਸ਼ਬਦ ਸੁਰਤ ਲਿਵ ਅਤੇ ਨਾਮ ਅੰਮ੍ਰਿਤ ਦੇ ਰਸੀਆਂ ਦੀ ਨਜ਼ਰ ਦੇ ਵਿੱਚ ਹੀ ਹੁੰਦੇ ਹਨ। ਹਿਰਦੇ ਅੰਦਰ ਗੁਰੂ ਦੀ ਨਿਕਟਤਾ ਕਰਕੇ ਮਸਕੀਨ ਜੀ ਦੇ ਆਖਰੀ ਹਫ਼ਤਿਆਂ ਦੇ ਇੱਕ ਇੱਕ ਸੈਂਕੜ ਦੀ ਖਬਰ ਦੂਰ ਬੈਠੇ ਗੁਰਸਿੱਖ ਹਿਰਦਿਆਂ ਨੂੰ ਆਤਮਕ ਰੂਪ ਵਿੱਚ ਪ੍ਰਾਪਤ ਹੋ ਰਹੀ ਸੀ, ਜਿਹਾ ਕਿ ਮਸਕੀਨ ਜੀ ਇੱਕ ਥਾਂ ਬੈਠੇ ਉਡੀਕਵਾਨ ਹੋਏ ਅਚਾਨਕ ਉੱਠਦੇ ਹਨ, ਸੰਗਮਰਮਰ ਦੀਆਂ ਪੌੜੀਆਂ ਉਤਰਦੇ ਹਨ ਮੁਸ਼ਕਲ ਨਾਲ, ਹੇਠਾਂ ਕੁਰਸੀਆਂ ਮੇਜ਼ਾਂ ਉੱਪਰ ਬੈਠੇ ਉਹਨਾਂ ਦੇ ਜਾਣੂ ਪਛਾਣੂ ਉਹਨਾਂ ਦੀ ਪਰਵਾਹ ਕੀਤੇ ਬਗੈਰ ਬੇਧਿਆਨੇ ਹੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਮਸਕੀਨ ਜੀ ਨੂੰ ਠੇਸ ਜਾਣ ਬੁੱਝ ਕੇ ਪਹੁੰਚਾਈ ਗਈ। ਉਪਰੋਕਤ ਪੂਰਾ ਸੰਕੇਤ ਇਸ ਲੇਖਕ ਨੂੰ ਪਟਿਆਲੇ ਬੈਠਿਆਂ ਪ੍ਰਾਪਤ ਹੋਇਆ। ਅਗਲੀ ਸਵੇਰ ਉਹਨਾਂ ਦੀ ਤਬੀਅਤ ਦੀ ਨਾਸਾਜ਼ਗੀ ਦੀ ਖਬਰ ਨਸ਼ਰ ਹੋ ਗਈ। ਬਹੁਤ ਦੁੱਖ ਹੋਇਆ। ਫਿਰ ਹਫ਼ਤੇ ਭਰ ਵਿੱਚ ਇੱਕ ਸੰਕੇਤ ਆਇਆ ਅੰਮ੍ਰਿਤ ਵੇਲੇ ਕਿ ਇਹਨਾਂ ਸਤਰਾਂ ਦੇ ਲੇਖਕ ਦੀ ਰੂਹ ਉਡਾਰੀ ਮਾਰ ਕੇ ਉਤਾਂਹ ਵੱਲ ਦੀ ਹੁੰਦੀ ਹੋਈ ਇੱਕ ਨਿਆਰੇ ਗੁਰ ਅਸਥਾਨ ਦੀ ਇਮਾਰਤ ਦੇ ਸੁਨਹਿਰੀ ਗੁੰਬਦ ਉੱਪਰੋਂ ਦੀ ਉੱਡਦੀ ਹੋਈ ਉੱਥੇ ਆਕਾਸ਼ ਵਿੱਚ ਰੁਕ ਗਈ। ਸੱਜੇ ਪਾਸੇ ਵੱਲ ਇਸ਼ਾਰਾ ਕਰਕੇ ਰੂਹ ਨੂੰ ਦੱਸਿਆ ਗਿਆ ਕਿ ਸੱਜੇ ਪਾਸੇ ਤੁਹਾਡੇ ਘਰੋਗੀ ਆਲ ਮਾਲ ਮਕਾਨਾਦ ਹਨ, ਉਧਰ ਨਜ਼ਰ ਤਾਂ ਪਾਵੋ। ਰੂਹ ਕਹਿੰਦੀ ਹੈ ਕਿ ਸੁਨਹਿਰੀ ਗੁੰਬਦ ਹੀ ਸਾਡੇ ਧਿਆਨ ਦਾ ਕੇਂਦਰ ਹੈ, ਘਰ ਘਾਟ ਕਿਸ ਕੰਮ। ਮੈਂ ਪਤਨੀ ਨੂੰ ਕਿਹਾ ਕਿ ਕੁਝ ਵਾਪਰਨ ਵਾਲਾ ਹੈ, ਕਿਉਂਕਿ ਅੰਮ੍ਰਿਤ ਵੇਲੇ ਇਹ ਦ੍ਰਿਸ਼ ਵੇਖਿਆ ਹੈ। ਇਉਂ ਅਗਲੀ ਸਵੇਰ ਰੋਜ਼ ਵਾਂਗ ਜਦ ਮਸਕੀਨ ਜੀ ਟੀਵੀ ਉੱਤੇ ਬੋਲ ਰਹੇ ਸਨ, ਨਾਲ ਦੀ ਨਾਲ ਇੱਕ ਲਕੀਰ ਤੁਰ ਰਹੀ ਸੀ ਕਿ ਸਾਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਮਸਕੀਨ ਜੀ ਅਕਾਲ ਚਲਾਣਾ ਕਰ ਗਏ ਹਨ। ਜਿਉਂਦੀ ਜਾਗਦੀ ਹਕੀਕਤ ਸੰਸਥਾਗਤ ਜਿਸ ਨੂੰ ਤੋੜਨ ਵਾਲੇ ਵੀ ਪੈਦਾ ਹੋ ਜਾਣੇ ਸੁਭਾਵਿਕ ਹੀ ਸੀ। ਪਛਾਣ ਜਿਸ ਨੂੰ ਮਸਕੀਨ ਕਹਿੰਦੇ ਸਨ ਆਖਰ ਬਿਖਰ ਵਿਛੜ ਗਈ ਦੋਖੀਆਂ ਦੀ ਨਜ਼ਰ ਵਿੱਚ, ਪਰ ਉਹਨਾਂ ਦੀ ਦਿਲਕਸ਼ ਸਮੁੱਚਤਾ ਉਹਨਾਂ ਦੇ ਕਦਰਦਾਨਾਂ ਲਈ ਜਿਉਂਦੀ ਜਾਗਦੀ ਹੀ ਬਣੀ ਰਹੇਗੀ। ਅਸੀਂ ਉਹਨਾਂ ਦੇ ਹੁੰਦਿਆਂ ਉਹਨਾਂ ਸੰਬੰਧੀ ਕੋਈ ਰਾਏ ਦੇਣ ਦੀ ਗੱਲ ਨੂੰ ਮਹੱਤਵ ਦੇਣ ਨਾਲੋਂ ਉਹਨਾਂ ਦੀ ਕਥਨੀ ਨੂੰ ਮੰਨਣਾ ਬਿਹਤਰ ਸਮਝਦੇ ਸੀ। ਹੁਣ ਜਦ ਕਿ ਉਹ ਹੈ ਤੋਂ ਸੀ ਦੀ ਕਾਲ ਗਤੀ ਵਿੱਚ ਬਦਲ ਗਏ ਹਨ, ਤਾਂ ਅਸੀਂ ਰਾਏ ਦੇਣ ਦਾ ਸਵਾਗਤ ਯੋਗ ਸਮਝਣ ਲੱਗ ਪਏ ਹਾਂ। ਉਹਨਾਂ ਤੋਂ ਬਾਅਦ ਉਹਨਾਂ ਨੂੰ ਆਵਾਜ਼ ਘੋਖਣਾ ਹਕੀਕਤ ਨੂੰ ਅਤੇ ਸਮੇਂ ਦੀ ਜ਼ਰੂਰਤ ਨੂੰ ਵੀ ਪਛਾਣਨ ਦੇ ਤੁੱਲ ਹੈ।
ਗੁਰਸ਼ਬਦ ਵਿਚਾਰ। ਬੜੀ ਦੇਰ ਬਾਅਦ ਗੁਰਸ਼ਬਦ ਵਿਚਾਰ ਦੇ ਖੇਤਰ ਵਿੱਚ ਅਕਾਲੀ ਕੌਰ ਸਿੰਘ, ਸੰਤ ਸੰਗਤ ਸਿੰਘ ਕਮਾਲੀਏ, ਗਿਆਨੀ ਗੁਰਬਚਨ ਸਿੰਘ ਖਾਲਸਾ ਆਦਿ ਜਿਹੇ ਪੰਥ ਪ੍ਰਵਾਨਿਤ ਅਤੇ ਮਾਨਨੀय ਰਾਏ ਦੇਣ ਵਾਲੇ ਗੁਰਮੁਖ ਹਿਰਦੇ ਸਿੱਖ ਸੰਗਤ ਦੇ ਧਿਆਨ ਦਾ ਕੇਂਦਰ ਬਣ ਸਕੇ ਸਨ। ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਰੂਪ ਵਿੱਚ ਸਾਡੀਆਂ ਅਜੋਕੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਕਾਦਮਿਕਤਾ ਅਤੇ ਖੋਜ ਪ੍ਰਧਾਨ ਵਾਤਾਵਰਣ ਨੇ ਗੁਰਬਾਣੀ ਗਿਆਨ ਦੇ ਜਗਿਆਸੂਆਂ ਨੂੰ ਵਿਦਿਅਕ ਖੋਜ ਦੇ ਵਿਧੀ ਵਿਧਾਨ ਦੇ ਜ਼ਬਤ ਵਿੱਚ ਢਾਲ ਲਿਆ ਹੈ। ਵਿਵਹਾਰਕਤਾ ਭਰਪੂਰ ਵਿਗਿਆਨਕ ਖੋਜ ਦੇ ਵਿਧੀ ਵਿਧਾਨ ਦੇ ਦੇਖਾ ਦੇਖੀ ਟਕਸਾਲਾਂ ਅਤੇ ਸੰਪਰਦਾਇ ਗਿਆਨ ਪੱਧਤੀਆਂ ਵਿਗਿਆਨ ਦੀਆਂ ਦੇਣਦਾਰ ਨਹੀਂ ਬਲਕਿ ਗੁਰੂ ਪਿਤਾ ਦੀਆਂ ਦੇਣਦਾਰ ਨਿਸ਼ਚੈ ਹੀ ਹਨ, ਜਦਕਿ ਯੂਨੀਵਰਸਿਟੀਆਂ ਕਾਲਜਾਂ ਦੀ ਅਕਾਦਮਿਕ ਗਿਆਨ ਪੱਧਤੀ ਵਿਗਿਆਨਕਤਾ ਦੇ ਅਜ਼ਮਾਇਸ਼ ਪ੍ਰਧਾਨ ਤੌਰ ਤਰੀਕੇ ਵਿੱਚ ਇੱਕ ਪੁਲ ਅਤੇ ਮਾਧਿਅਮ ਦਾ ਕੰਮ ਕਰਦੇ ਹਨ। ਮਸਕੀਨ ਜੀ ਦਾ ਫਾਰਸੀ, ਉਰਦੂ, ਸੰਸਕ੍ਰਿਤ, ਸੰਗੀਤ, ਮਨੋਵਿਗਿਆਨ ਆਦਿ ਤੋਂ ਜਾਣੂ ਹੋਣਾ ਉਹਨਾਂ ਦੀ ਪ੍ਰਤਿਭਾ ਦੇ ਨਿਰਧਾਰਤ ਕਰਨ ਵਿੱਚ ਵਿਸ਼ੇਸ਼ ਤੌਰ ਤੇ ਸਹਾਈ ਹੋਏ ਸਨ। ਆਮ ਵਿਅਕਤੀ ਅਤੇ ਖਾਸ ਵਿਅਕਤੀ ਕੌਣ? ਆਮ ਵਿਅਕਤੀ ਮਸਕੀਨ ਜੀ ਦੇ ਬੋਲਾਂ ਦੇ ਬਾਹਰੀ ਮਹੱਤਵ ਨੂੰ ਹੀ ਪਛਾਣ ਸਕਦੇ ਸਨ, ਪਰ ਖਾਸ ਵਿਅਕਤੀ ਉਹਨਾਂ ਦੇ ਬੋਲਾਂ ਦੇ ਅੰਤਰੀਵੀ ਮਹੱਤਵ ਨੂੰ ਬੁੱਝ ਲੈਂਦੇ ਸਨ। ਗੁਰਬਾਣੀ ਦਾ ਗੂੜ ਭਾਵ ਵੀ ਬਿਨਾਂ ਬੁੱਝਿਆਂ ਬੁਝਾਰਤਾਂ ਵਾਂਗ ਬੱਚੇ ਵੱਲੋਂ ਬੁੱਝ ਸਕਣ ਦੀ ਸ਼ਕਤੀ ਪੱਲੇ ਨਹੀਂ ਪੈ ਸਕਦਾ। ਬੁੱਝੋ ਗਿਆਨੀ ਸ਼ਬਦ ਵਿਚਾਰ। ਬਿਲਾਵਲ ਮਹੱਲਾ ਪਹਿਲਾ। ਗਿਆਨੀ ਸੰਤ ਸਿੰਘ ਜੀ ਮਸਕੀਨ ਮੇਰੀ ਸੁਰਤੀ ਬਿਰਤੀ ਵਿੱਚ 1990 ਦੇ ਨੇੜੇ ਉਦੋਂ ਆਏ ਜਦੋਂ ਟੀਵੀ ਨੇ ਸਿੱਖ ਸਮਾਜ ਦੇ ਧਾਰਮਿਕ ਕੀਰਤਨ ਵਿਖਿਆਨ ਸੰਬੰਧੀ ਪ੍ਰੋਗਰਾਮਾਂ ਨੂੰ ਅਪਣਾਉਣਾ ਸ਼ੁਰੂ ਕਰ ਲਿਆ, ਖਾਸ ਕਰਕੇ ETC ਚੈਨਲ ਵੱਲੋਂ। ਲਗਭਗ ਹਰ ਉਸ ਪ੍ਰੋਗਰਾਮ ਨੂੰ ਮੈਂ ਵੇਖਣ ਪਰਖਣ ਲੱਗ ਪਿਆ ਜਿਸ ਵਿੱਚ ਮਸਕੀਨ ਜੀ ਵੱਲੋਂ ਕੀਤੀ ਗਈ ਵਿਚਾਰ ਚਰਚਾ, ਗੁਰਸ਼ਬਦ ਵਿਚਾਰ ਵਿਖਾਈ ਜਾਂਦੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੰਜੀ ਸਾਹਿਬ ਵਿਖੇ ਮੁੱਖ ਵਾਕ ਦੀ ਕਥਾ ਵਿਆਖਿਆ ਲੜੀ ਤਾਂ ਮੈਂ ਲਗਾਤਾਰ ਵੇਖਦਾ ਸੁਣਦਾ ਰਹਿੰਦਾ। ਫਿਰ ਅਚਾਨਕ ਐਸਾ ਮੌਕਾ ਆਣ ਪੁੱਜਾ ਜਦ ਮਸਕੀਨ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਹੀ ਨਹੀਂ ਕੀਤਾ ਗਿਆ, ਸਗੋਂ ਮਸਕੀਨ ਜੀ ਦੀ ਗੁਰਬਾਣੀ ਵਿਚਾਰਧਾਰਾ ਦੀ ਵਿਧੀ ਨੂੰ ਵੀ ਅਤਿਅੰਤ ਸਰਾਹਿਆ ਗਿਆ। ਇਸ ਸਮੇਂ ਸਟੇਜ ਮੇਰੇ ਅਤੇ ਡਾਕਟਰ ਜਸਬੀਰ ਕੌਰ ਜੀ ਦੇ ਸਪੁਰਦ ਸੀ। ਐਤਵਾਰ ਹੋਣ ਕਾਰਨ ਯੂਨੀਵਰਸਿਟੀ ਵੱਲੋਂ ਛਪੀਆਂ ਪੁਸਤਕਾਂ ਜੋ ਭੇਟ ਕਰਨੀਆਂ ਸਨ, ਦਫ਼ਤਰ ਵਿੱਚ ਤਾਲੇ ਹੇਠ ਬੰਦ ਸਨ। ਮੈਂ ਖੁਦ ਆਪਣੇ ਵੱਲੋਂ ਛਾਪੀਆਂ ਪੁਸਤਕਾਂ ਸਨਮਾਨ ਸਮੱਗਰੀ ਵਿੱਚ ਸ਼ਾਮਲ ਕਰ ਲਈਆਂ। ਦੀਵਾਨ ਦੌਰਾਨ ਸ਼ਬਦ ਵਿਚਾਰ ਤੋਂ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ, ਜਿਸ ਗੁਰਦੁਆਰੇ ਦੀ ਉਸਾਰੀ ਵਿੱਚ ਡਾਕਟਰ ਤਾਰਨ ਸਿੰਘ ਦੇ ਸਹਿਯੋਗੀਆਂ ਦੀ ਸੇਵਾ ਅਤੇ ਸਿੰਗਾਪੁਰ, ਮਲੇਸ਼ੀਆ, ਬੈਂਕਾਕ, ਥਾਈਲੈਂਡ ਆਦਿ ਦੇ ਗੁਰਸਿੱਖਾਂ ਵੱਲੋਂ ਮਾਇਆ ਦੀ ਸੇਵਾ ਵਜੋਂ ਬਹੁਤ ਵੱਡਾ ਯੋਗਦਾਨ ਨਿਸ਼ਕਾਮ ਰੂਪ ਵਿੱਚ ਪਾਇਆ ਹੋਇਆ ਹੈ, ਉਸ ਗੁਰਦੁਆਰੇ ਦੀ ਦੀਵਾਰ ਨਾਲ ਢਾਸਣਾ ਲਾਈ ਮਸਕੀਨ ਸਾਹਿਬ ਉਪਰੋਕਤ ਮੇਰੀਆਂ ਪੁਸਤਕਾਂ ਦੀਆਂ ਭੂਮਿਕਾਵਾਂ ਵਾਚਦੇ ਪਰਖਦੇ ਰਹੇ। ਇਸ ਦੌਰਾਨ ਕੋਲ ਬੈਠੀ ਡਾਕਟਰ ਜਸਬੀਰ ਕੌਰ ਜੀ ਨੂੰ ਮਸਕੀਨ ਸਾਹਿਬ ਕਹਿੰਦੇ ਹਨ, ਡਾਕਟਰ ਜਸਬੀਰ ਕੌਰ, ਇੰਨੀਆਂ ਵੱਡੀਆਂ ਪੁਸਤਕਾਂ ਨੂੰ ਤਿਆਰ ਕਰਨ ਲਈ ਜੇਕਰ 30 ਵਰ੍ਹੇ ਲੱਗੇ ਹੋਣ ਤਾਂ ਉਹਨਾਂ ਨੂੰ ਪੜ੍ਹ ਸਮਝਣ ਲਈ ਵੀ ਮੈਨੂੰ ਪੂਰੀ ਵਿਹਲ ਚਾਹੀਦੀ ਹੈ, ਜੋ ਮੈਂ ਜ਼ਰੂਰ ਕੱਢਾਂਗਾ। ਫਿਰ ਕੁਝ ਸਮੇਂ ਬਾਅਦ ਬੈਂਕਾਕ, ਥਾਈਲੈਂਡ ਵਿਖੇ ਵਿਆਹੀ ਬੇਟੀ ਸਨੇਹ ਨੇ ਮੈਨੂੰ ਦੱਸਿਆ, ਪਾਪਾ, ਜਿਵੇਂ ਵਾਈਬਰੇਸ਼ਨ ਅਤੇ ਪੰਚਕੋਸ਼ ਆਦਿ ਸ਼ਬਦ ਤੁਸੀਂ ਵਰਤਦੇ ਰਹਿੰਦੇ ਹੋ ਸਪੀਚ ਵਿੱਚ, ਮਸਕੀਨ ਜੀ ਵੀ ਉਵੇਂ ਹੀ ਇੱਥੇ ਵਿਖਿਆਨ ਦੌਰਾਨ ਬੋਲ ਰਹੇ ਹਨ। ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥਕ ਹਲਕਿਆਂ ਵਿੱਚ ਤਾਂ ਜਾਣੇ ਸਤਿਕਾਰੇ ਜਾਂਦੇ ਰਹਿਣਗੇ, ਆਪ ਜੀ ਦੀ ਸ਼ਖਸੀਅਤ ਸਿੱਖ ਸਮਾਜ ਤੋਂ ਬਾਹਰਲੇ ਗੈਰ ਸਿੱਖ ਹਲਕਿਆਂ ਵਿੱਚ ਵੀ ਸਨਮਾਨੀ ਜਾਂਦੀ ਰਹੀ ਹੈ। ਗੁਰੂ ਘਰ, ਗੁਰਬਾਣੀ, ਗੁਰਿਆਸ਼ੇ ਅਤੇ ਸ਼ਬਦ ਸੁਰਤ ਲਿਵ ਪ੍ਰਤ ਅੰਤਰੀਵੀ ਅਤੇ ਜਮਾਂਦਰੂ ਉਨਸ ਤੇ ਅਨੁਭਵੀ ਚਿਣਗ ਦੇ ਰੰਗ ਵਿੱਚ ਰੰਗੀਜੇ ਹੋਏ ਮਸਕੀਨ ਜੀ ਨੂੰ
ਪੰਥਕ ਸਫਾਵਾਂ ਨੇ ਸਹਿਜੇ ਹੀ ਪ੍ਰਵਾਨ ਕਰ ਲਿਆ ਹੋਇਆ ਸੀ। ਆਪੋ ਆਪਣੇ ਧਰਮ ਚਿੰਤਨਾਂ ਨੂੰ ਮਾਣ ਰਹੇ ਹੋਰ ਜਗਿਆਸੂ ਵੀ ਮਸਕੀਨ ਜੀ ਦੀ ਸ਼ਖਸੀਅਤ ਦੀ ਘਾਲ ਕਮਾਈ ਨੂੰ ਬੜੀ ਨੀਝ ਨਾਲ ਝਾਕ ਵਾਚ ਰਹੇ ਸਨ। ਆਪਣੇ ਦੂਰ ਨੇੜਲੇ ਸੰਪਰਕ ਦੇ ਰਾਹੀਂ ਜਦੋਂ ਦੂਰ ਤੋਂ ਟੀਵੀ ਆਦਿ ਰਾਹੀਂ ਮੁਖਾਤਬ ਹੁੰਦੇ ਹੋਇਆਂ ਹੀ ਗੁਰਸ਼ਬਦ ਵਿਚਾਰ ਦੀ ਠਰਮੇ ਭਰਪੂਰ ਚਿੰਤਨ ਪੂੰਜੀ ਸਰੋਤਿਆਂ ਦਰਸ਼ਕਾਂ ਤੀਕ ਪਹੁੰਚਾ ਰਹੇ ਹੁੰਦੇ ਤਾਂ ਸੰਸਕ੍ਰਿਤ ਫਾਰਸੀ ਦੇ ਮਾਹਰ ਆਪ ਦੀ ਜ਼ਬਾਨਦਾਨੀ ਮਿੱਠ ਬੋਲੜੇਪਣ ਉੱਪਰ ਮੋਹਤ ਹੋਣੋਂ ਨਹੀਂ ਸਨ ਰਹਿ ਸਕਦੇ। ਉਹ ਕਦੇ ਵੀ ਡੋਲਦੇ ਜਾਂ ਐਸ ਤੈਸ਼ ਕ੍ਰੋਧ ਵਿੱਚ ਨਹੀਂ ਸਨ ਆਉਂਦੇ। ਇਹ ਜ਼ਬਤ ਸਨਾਤਨੀ ਗਿਆਨ ਲਿਪੀਆਂ ਨੇ ਉਹਨਾਂ ਨੂੰ ਪ੍ਰਦਾਨ ਕੀਤਾ ਹੋਇਆ ਸੀ। ਸਾਰੀਆਂ ਪਰੰਪਰਾਗਤ ਅਤੇ ਸਨਾਤਨੀ ਭਾਖਾਵਾਂ ਜ਼ਬਾਨਾਂ ਦੀ ਬਣਤਰ ਨੂੰ ਕਾਰਕ ਕਿਰਦੰਤ ਆਦਿ ਦੀ ਗੁੱਟ ਸ਼ੈਲੀ ਦੇ ਰੂਪ ਵਿੱਚ ਪਛਾਣਿਆ ਜਾਂਦਾ ਹੈ। ਸੰਸਕ੍ਰਿਤ ਫਾਰਸੀ ਲਾਤੀਨੀ ਆਦਿ ਭਾਸ਼ਾਵਾਂ ਨੂੰ ਵਰਤਮਾਨ ਕਿਸਮ ਦੀਆਂ ਅਗੇਤਰ ਪ੍ਰਧਾਨੀ ਭਾਸ਼ਾਵਾਂ ਆਖਦੇ ਹਨ। ਪਹਿਲੀ ਕਿਸਮ ਦੀਆਂ ਭਾਸ਼ਾਵਾਂ ਜ਼ਬਾਨਾਂ ਦਾ ਗਣਤ ਜਿਹੀ ਪਕਿਆਈ ਵਾਲਾ ਕਿਰਦਾਰ ਹੁੰਦਾ ਹੈ ਸ਼ਬਦ ਅਰਥ ਦੀ ਪਰਪੱਕਤਾ ਦੇ ਨੁਕਤੇ ਤੋਂ, ਪਰ ਵਰਤਮਾਨ ਢਿੱਲ-ਮਿਲ ਕਿਸਮ ਦੀ ਬੋਲ ਵਿਧੀ ਦੇ ਅਰਥ ਸਮਾਂ ਪਾ ਕੇ ਅਨਰਥ ਅਤੇ ਅਨਿਸ਼ਚਿਤਤਾ ਦਾ ਸ਼ਿਕਾਰ ਹੋ ਸਕਦੇ ਹਨ। 100 ਵਰ੍ਹੇ ਬਾਅਦ ਅਜੋਕਾ ਵਾਕ ਸਮਝ ਨਹੀਂ ਆ ਸਕੇਗਾ, ਜਦ ਕਿ ਪਰੰਪਰਾਗਤ ਭਾਸ਼ਾ ਦੀ ਬੋਲ ਬਾਣੀ ਵਿਧੀ ਅਤੇ ਗੁਰਬਾਣੀ ਦੇ ਅਰਥ ਨਿਸ਼ਚਿੰਤ ਚਿਰ ਸਥਾਈ ਇਕਸੁਰਤਾ ਅਤੇ ਅਰਥੋਂ ਪਰਮਾਰਥ ਵੱਲ ਤੋਰਨ ਦਾ ਕੰਮ ਕਰਦੇ ਰਹਿਣਗੇ। ਇਸ ਵਿਆਕਰਨ ਪਕਿਆਈ ਕਾਰਨ ਅਤ ਦੀ ਸੰਖੇਪਤਾ, ਸੁਝਾਊਪਣ ਅਤੇ ਮੁਹਾਵਰਾਪਣ ਸੈਂਕੜੇ ਵਰ੍ਹਿਆਂ ਤੱਕ ਉਵੇਂ ਦੇ ਉਵੇਂ ਹੀ ਕਾਇਮ ਰਹਿੰਦੇ ਹਨ, ਜਦ ਕਿ ਵਰਤਮਾਨ ਭਾਸ਼ਾਵਾਂ ਦੀ ਉਪਰੋਕਤ ਖਾਸੀਅਤ 50-100 ਸਾਲ ਤੋਂ ਉਪਰੰਤ ਭੁਲੇਖਿਆਂ ਵਿੱਚ ਘਿਰ ਜਾਂਦੀ ਹੈ। ਵਰਤਮਾਨ ਕਿਸਮ ਦੀਆਂ ਅਗੇਤਰ ਪ੍ਰਧਾਨ ਬੋਲ ਵਿਧੀਆਂ ਦਾ ਵੀ ਤਾਂ ਕੋਈ ਯੋਗਦਾਨ ਹੋਵੇਗਾ। ਨਿਸ਼ਚੇ ਹੀ ਇਹਨਾਂ ਦਾ ਅਜਿਹਾ ਇੱਕ ਮਹਾਨ ਯੋਗਦਾਨ ਹੈ। ਪੁਰਾਤਨ ਸੰਸਕ੍ਰਿਤ ਫਾਰਸੀ ਆਦਿ ਜਿਹੀਆਂ ਦੀਆਂ ਬਣਾਈਆਂ ਸੰਵਾਰੀਆਂ ਬੋਲ ਵਿਧੀਆਂ ਦਾ ਵਿਆਕਰਨੀ ਵਿਧੀ ਵਿਧਾਨ ਕੁਦਰਤੀ ਦੀ ਥਾਂ ਮਨੁੱਖੀ ਦਿਮਾਗ ਦੀ ਬਨਾਵਟੀ ਲੋੜ ਤੋਂ ਉਪਜਿਆ ਬਣਾਇਆ ਹੋਇਆ ਇੱਕ ਲਾਹੇਵੰਦ ਵਿਧਾਨ ਹੁੰਦਾ ਹੈ, ਜਦ ਕਿ ਕੁਦਰਤ ਦੇ ਅਤ ਨਿਕਟ ਵਿਚਰਨ ਵਾਲਾ ਆਪਣੇ ਸਿੱਧ ਪੱਧਰੇ ਅਤੇ ਸੌਖ ਪ੍ਰਧਾਨ ਜੀਵਨ ਪ੍ਰਵਾਹ ਜਾਂ ਜੀਵਨ ਸੇਧ ਨੂੰ ਤਰਜੀਹ ਦਿੰਦਾ ਹੈ। ਇੱਕ ਸੌਖ ਸੁਖਾਲਤਾ ਵੱਲੋਂ ਸਿੱਧੇ ਸਪਾਟ ਅਤੇ ਸਮੁੰਦਰ ਦੀ ਅਨੰਤਤਾ ਜਿਹੀ ਕਲਪੀ ਜਾਣੀ ਹੁੰਦੀ ਹੈ। ਉਪਰੋਕਤ ਬਣਾਈਆਂ ਸੰਵਾਰੀਆਂ ਬੋਲ ਵਿਧੀਆਂ ਦੀ ਬੋਲ ਬਾਣੀ ਮਨੁੱਖ ਨੇ ਬਾਅਦ ਵਿੱਚ ਘੜੀ ਹੈ, ਜਦ ਕਿ ਵਿਆਕਰਨ ਸੰਕੇਤ ਸਥਾਪਿਤ ਕਰ ਲਏ ਗਏ ਸਨ, ਪਰ ਇਸ ਬਨਾਵਟ ਬੰਧਾਨ ਤੋਂ ਪਹਿਲਾਂ ਦੀਆਂ ਬੋਲ ਪ੍ਰਵਿਰਤੀਆਂ ਪ੍ਰਾਕ੍ਰਿਤਾਂ ਕਹਾਉਂਦੀਆਂ ਸਨ। ਵੇਦਾਂ ਦੇ ਆਦਿ ਵਿੱਚ ਕੁਦਰਤੀ ਤੌਰ ਤਰੀਕੇ ਰਾਹੀਂ ਪ੍ਰਵਾਹਿਤ ਜ਼ਬਾਨ ਵਿਧੀ ਹੁੰਦੀ ਸੀ। ਵੇਦ ਪੁਰਾਣਾਂ ਤੋਂ ਬਾਅਦ ਵੀ ਪ੍ਰਾਕ੍ਰਿਤਾਂ ਕਾਇਮ ਰਹੀਆਂ, ਜਿਸ ਦੀ ਇੱਕ ਮਿਸਾਲ ਮਹਾਤਮਾ ਬੁੱਧ ਵੱਲੋਂ ਅਪਣਾਈ ਗਈ ਪਾਲੀ ਨਾਮ ਦੀ ਬੋਲ ਵਿਧੀ ਹੈ, ਜਿਸ ਦਾ ਪ੍ਰਭਾਵ ਥਾਈਲੈਂਡ ਦੀ ਬੋਲ ਬਾਣੀ ਉੱਪਰ ਹੈ। ਗੁਰੂ ਨਾਨਕ ਜੀ ਨੇ ਕੁਦਰਤੀ ਤੌਰ ਤੇ ਮਾਂ ਬੋਲੀ ਨੂੰ ਹੀ ਮੁੱਢ ਤੋਂ ਹੀ ਰੱਬੀ ਗਿਆਨ ਪ੍ਰਗਿਆਨ ਨੂੰ ਪ੍ਰਗਟਾਉਣ ਦੇ ਵਾਹਨ ਮਾਧਿਅਮ ਵਜੋਂ ਤਰਜੀਹ ਦਿੱਤੀ, ਪਰ ਇਹ ਗੁਰੂ ਨਾਨਕ ਜੀ ਹੀ ਸਨ ਜਿਨ੍ਹਾਂ ਨੇ ਮਹਾਨ ਵਿਰਾਸਤ ਨੂੰ ਬੇਲਗਾਮਪਣ ਅਤੇ ਆਪ ਹੁਦਰੇਪਣ ਤੋਂ ਬਚਾ ਕੇ ਵਿਆਕਰਨਕ ਇਕਸੁਰਤਾ ਅਤੇ ਪ੍ਰਾਕ੍ਰਿਤਿਕ ਸਹਿਜ ਸੁਖਾਲਤਾ ਦੀ ਨੇੜਤਾ ਨੂੰ ਕਾਇਮ ਰੱਖਿਆ, ਜਿਵੇਂ ਕਿ ਕੀਰਤ ਕੀਰਤਨ ਦੇ ਲਈ ਰਾਗ ਤਾਲ ਦੀ ਨੇੜਤਾ ਕਾਇਮ ਰੱਖੀ ਸੀ। ਤਤ ਰੂਪ ਬਚਨ ਬਿਲਾਸ। ਗੁਰਬਾਣੀ ਵਿੱਚੋਂ ਦੋ ਹਵਾਲੇ ਸਾਡੇ ਧਿਆਨ ਦਾ ਕੇਂਦਰ ਬਣਨੇ ਲੋੜੀਂਦੇ ਹਨ। ਊੜਾ, ਜਹਾਂ ਬੋਲ ਤਹਾਂ ਅਛਰ ਆਵਾ, ਜਹਾਂ ਅਬੋਲ ਤਹਾਂ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ। ਗੌੜੀ 52 ਅੱਖਰੀ ਕਬੀਰ ਜੀ। ਐੜਾ, ਭਖਸ ਸਿਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ, ਮਾਰੂ ਮਹਿਲਾ ਪਹਿਲਾ। ਪਹਿਲੀਆਂ ਊੜਾ ਤੁਕਾਂ ਬੋਲ ਅਬੋਲ ਬਾਰੇ ਅਤ ਗੰਭੀਰ ਸਚਾਈਆਂ ਬਿਆਨ ਕਰਦੀਆਂ ਹਨ। ਦੂਜੀਆਂ ਐੜਾ ਤੁਕਾਂ ਅਨੁਭਵ ਅਤੇ ਕਮਾਈ ਬਾਰੇ ਅਤ ਰਮਜ਼ ਭਰੀਆਂ ਗੁਹਜ ਸਚਾਈਆਂ ਬਿਆਨ ਕਰਦੀਆਂ ਹਨ। ਗਿਆਨੀ ਸੰਤ ਸਿੰਘ ਜੀ ਮਸਕੀਨ ਬਾਰੇ ਕੁਝ ਕਹਿਣ ਸੁਣਨ
ਜਾਂ ਲਿਖਣ ਲੱਗਿਆਂ ਇਹ ਦੋਵੇਂ ਸਚਾਈਆਂ ਅਤਿਅੰਤ ਲੋੜੀਂਦੀਆਂ ਹਨ ਗਹਿਰ ਗੰਭੀਰ ਚਿੰਤਨ ਦੇ ਨੁਕਤੇ ਤੋਂ। ਜਿਵੇਂ ਪ੍ਰਭੂ ਪਿਆਰ ਨਾਲ ਓਤ ਪ੍ਰੋਤ ਗੁਰਬਾਣੀ ਨੂੰ ਅਨੁਭਵ ਕਰ ਲਈ ਬੋਲ ਅੱਖਰ ਦੀ ਗਿਆਨ ਡੰਗੋਰੀ ਜ਼ਰੂਰੀ ਹੈ, ਉਵੇਂ ਹੀ ਪ੍ਰਭੂ ਅਨੁਭਵ ਦੇ ਰਹੱਸਾਤਮਕ ਅੰਮ੍ਰਿਤ ਰਸ ਨੂੰ ਪ੍ਰਾਪਤ ਕਰ ਲਈ ਰਾਗ ਅਨੁਰਾਗ ਦੀ ਸੰਵੇਦਨਸ਼ੀਲਤਾ ਵਾਲੇ ਸੁਭਾਅ ਦੀ ਵੀ ਲੋੜ ਪੈਂਦੀ ਹੈ। ਜੇਕਰ ਗੁਰੂ ਪਿਤਾ ਦਾ ਕਥਨ ਰਮਜ਼ਮਈ ਹੈ ਤਾਂ ਗੁਰੂ ਦੇ ਪਿਆਰਿਆਂ ਦੀ ਗੱਲ ਵੀ ਤਾਂ ਕੋਈ ਮਜ਼ਾਕ ਨਹੀਂ ਹੁੰਦੀ। ਪੁਸਤਕ ਸੇ ਕਨੇਹਿਆ ਸੰਤ ਸੇਵਾ ਸਿੰਘ ਵਿੱਚ ਇਹਨਾਂ ਰਾਜ਼ ਰਮਜ਼ਾਂ ਉੱਪਰ ਝਾਤ ਮਾਰੀ ਗਈ ਹੈ। ਭੂਤਕਾਲ ਵਰਤਮਾਨ ਦਾ ਸੁਮੇਲ 2009 ਅਕਤੂਬਰ ਵਿੱਚ ਇਹਨਾਂ ਸਤਰਾਂ ਦੇ ਲੇਖਕ ਨੂੰ ਸਿੱਖ ਕੌਮ ਦੇ ਨੌਜਵਾਨ ਅਤੇ ਅਤਿ ਸਜਗ ਵਰਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਨੰਦ ਲਾਲ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਨਿਵਾਜਣ ਦੀ ਖਾਤਰ ਇਹ ਕਹਿ ਕੇ ਮਨਾਇਆ ਕਿ ਪ੍ਰੋਫੈਸਰ ਸਾਹਿਬ, ਤੁਹਾਡੀਆਂ ਕਿਤਾਬਾਂ ਨੇ ਸਾਨੂੰ ਸਹਾਰਾ ਦਿੱਤਾ ਹੈ ਕਿ ਜਿੱਥੇ ਪੁੱਜ ਕੇ ਹੁਣ ਦਾ ਸਿੱਖ ਚਿੰਤਨ ਇੱਕ ਖੜੋਤ ਵਿੱਚ ਘਿਰ ਗਿਆ ਸੀ, ਉਸ ਨੂੰ ਆਪਦੇ ਮੇਗਾ ਵਿਜ਼ਨ, ਮੇਗਾ ਫਿਲਾਸਫੀ, ਦਾ ਫਿਲਾਸਫੀਕਲ ਕਨਸੈਪਸ਼ਨ ਆਫ ਸ਼ਬਦਾਂ ਨੇ ਪ੍ਰਵਾਹ ਅਤੇ ਚਾਲ ਪ੍ਰਦਾਨ ਕਰ ਦਿੱਤੀ ਹੈ। ਉਪਰੋਕਤ ਵਾਕ ਸੁਣ ਕੇ ਮੇਰਾ ਸਭ ਤੋਂ ਵੱਧ ਧਿਆਨ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਵੱਲ ਪਰਤਿਆ, ਜੋ ਕਿ ਇਸ ਸੰਸਾਰ ਤਿਆਗ ਚੁੱਕੇ ਹਨ। ਕਿਉਂਕਿ ਗੁਰਬਾਣੀ ਵਿਚਾਰ ਚਰਚਾ ਦੇ ਨੁਕਤੇ ਤੋਂ ਅਤੇ ਫਾਰਸੀ ਸੰਸਕ੍ਰਿਤ ਦੇ ਗਿਆਨ ਦੇ ਨੁਕਤੇ ਤੋਂ ਮਸਕੀਨ ਜੀ ਹੀ ਭਾਈ ਨੰਦ ਲਾਲ ਐਵਾਰਡ ਦੇ ਹੱਕਦਾਰ ਸਨ। ਵਿਸ਼ਵ ਫਲਸਫੇ ਅਤੇ ਵਿਸ਼ਵ ਧਰਮ ਫਲਸਫੇ ਪ੍ਰਤੀ ਯੋਗਦਾਨ ਦੇ ਨੁਕਤੇ ਤੋਂ ਭਾਵੇਂ ਅਸੀਂ ਅੱਗੇ ਵਧੇ ਹਾਂ, ਪਰ 21ਵੀਂ ਸਦੀ ਦੇ ਵਕਤਾ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਨੌਜਵਾਨ ਪੀੜ੍ਹੀ ਨੇ ਓਨਾ ਸੰਤੋਖਜਨਕ ਨਹੀਂ ਸੀ ਸਮਝਿਆ ਬੁੱਝਿਆ। ਖਾਸੀਅਤ ਪਹਿਲਾਂ ਦੱਸ ਆਏ ਹਾਂ ਕਿ ਜੇਕਰ ਭੂਤਕਾਲ ਵਿਰਾਸਤੀ ਗੌਰਵ ਗੁੱਟ ਭਾਸ਼ਾ ਵਿਧੀ ਵਿੱਚ ਬੰਧਿਆ ਜਕੜਿਆ ਸੀ ਭਾਸ਼ਾਈ ਬਨਾਵਟੀਪਣ ਕਾਰਨ, ਤਾਂ ਵਰਤਮਾਨ ਵਿਚਲੀ ਆਜ਼ਾਦਾਨਾ ਖਿਆਲ ਉਡਾਰੀ ਦਾ ਤੌਰ ਤਰੀਕਾ ਵੀ ਵਿਗਿਆਨ ਪ੍ਰਧਾਨਤਾ ਦਾ ਯੋਗਦਾਨ ਪਾ ਰਿਹਾ ਹੈ। ਗਿਆਨੀ ਜੀ ਵਿਗਿਆਨਕ ਯੁੱਗ ਦੇ ਪੁਲਾੜੀ ਮਨੁੱਖ ਦੀ ਪ੍ਰਾਪਤੀ ਤੋਂ ਸਜਗ ਅਤੇ ਬਾਖਬਰ ਸਨ, ਭਾਵੇਂ ਕਿ ਪੁਲਾੜੀ ਮਨੁੱਖ ਨੂੰ ਗਿਆਨੀ ਜੀ ਵਰਗੇ ਅਨੁਭਵੀ ਜਗਤ ਦੇ ਮੁਸਾਫਰ ਦਾ ਕੋਈ ਅਤਾ ਪਤਾ ਨਹੀਂ ਹੈ। ਗਿਆਨੀ ਜੀ ਦਾ ਕਹਿਆ ਕਹਾਇਆ ਸਿਰਫ ਲਿਖੇ ਲਿਖਾਏ ਜਾਂ ਪੜ੍ਹੇ ਪੜ੍ਹਾਏ ਹੋਏ ਕਰਕੇ ਹੀ ਨਹੀਂ ਸੀ ਸਾਹਮਣੇ ਪ੍ਰਗਟ ਹੋਇਆ। ਉਹਨਾਂ ਦੀ ਅਨੁਭਵੀ ਕਮਾਈ ਦੀ ਪੂੰਜੀ ਵਿੱਚ ਉਹਨਾਂ ਨੇ ਉਹ ਮੰਜ਼ਲਾਂ ਨਿਸ਼ਚੇ ਹੀ ਮਾਰੀਆਂ ਸਨ, ਜਿਨ੍ਹਾਂ ਮੰਜ਼ਲਾਂ ਮੁਰਾਤਬਿਆਂ ਦਾ ਸਿੱਧਾ ਅਸਿੱਧਾ ਜ਼ਿਕਰ ਆਮ ਬਚਨ ਬਲਾਸਾਂ ਦੌਰਾਨ ਕਰੀਦਾ ਹੈ। ਨਾਮ ਅੰਮ੍ਰਿਤ ਰਸ ਅਤੇ ਸ਼ਬਦ ਸੁਰਤ ਲਿਵ ਦੀਆਂ ਮੰਜ਼ਲਾਂ ਕਿੱਥੋਂ ਤੱਕ ਪਲਾਂਘੀਆਂ, ਇਹ ਰਾਜ ਸਾਫ਼-ਸਾਫ਼ ਅਤੇ ਇੱਕ ਟੁਕ ਤਾਂ ਨਹੀਂ, ਪਰ ਨਿਸ਼ਚੇ ਰੂਪ ਵਿੱਚ ਸਪਸ਼ਟ ਤੇ ਤਕੜੀ ਗਵਾਹੀ ਪਾ ਰਿਹਾ ਹੈ। ਅਨੁਭਵੀ ਰਮਜ ਇੱਕ ਨਿੱਜੀ ਅਤੇ ਅਤਿਅੰਤ ਮਹੀਨ ਨਾਜ਼ੁਕ ਅਭਿਆਸ ਅਜਮਾਇਸ਼ ਦੇ ਪ੍ਰਮਾਣ ਨਾਲ ਓਤ-ਪੋਤ ਹੁੰਦੀ ਹੈ। ਇਸ ਲਈ ਇਹ ਤ੍ਰੈਕਾਲ ਅਤੀਤੀ ਸੱਚ ਅਨੁਭਵੀ ਦਾ ਜ਼ਹਰਾ ਸੱਚ ਹੁੰਦਾ ਹੈ। ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ। ਆਸਾ ਮਹੱਲਾ ਪੰਜਵਾਂ। ਪ੍ਰਮਾਣਿਕ ਪਰਪੱਕਤਾ। ਗਿਆਨੀ ਜੀ ਗੁਰਬਾਣੀ ਗੁਹਜ ਦੇ ਨਾਲ ਨਾਲ ਭਾਈ ਗੁਰਦਾਸ, ਭਾਈ ਮਨੀ ਸਿੰਘ, ਭਾਈ ਨੰਦ ਲਾਲ ਗੋਇਆ, ਹਾਫਿਜ਼ ਸਿਰਾਜ਼ੀ, ਜਲਾਲ ਉਦ ਦੀਨ ਰੂਮੀ, ਸ਼ੇਖ ਸਾਦੀ, ਰਾਬੀਆ ਬਸਰੀ, ਜ਼ਰਤੁਸ਼ਤ, ਸ਼ੰਕਰਾਚਾਰੀਆ, ਭਰਥਰੀ ਹਰੀ, ਵੇਦ ਉਪਨਿਸ਼ਦ, ਹੋਰ ਸਾਰੇ ਧਰਮ ਗ੍ਰੰਥ, ਅਫਲਾਤੂਨ, ਅਰਸਤੂ, ਸੁਕਰਾਤ ਆਦਿ ਸੈਂਕੜੇ ਪਹੁੰਚੇ ਹੋਏ ਮਨੁੱਖੀ ਧਰੂ ਤਾਰਿਆਂ ਦਾ ਜ਼ਿਕਰ ਕਰਦੇ ਰਹਿੰਦੇ ਸਨ। ਮੈਨੂੰ ਤਾਂ ਉਦੋਂ ਹੈਰਾਨੀ ਹੋਈ ਜਦੋਂ ਉਹਨਾਂ ਨੇ ਕਸ਼ਮੀਰ ਵਾਸੀ ਦੇ ਜ਼ਬਾਨ ਉੱਪਰ ਮੁਹਾਰਨੀ ਵਾਂਗ ਰਟਿਆ ਹੋਇਆ ਇਹ ਫਾਰਸੀ ਸ਼ੇਅਰ ਵਰਤਿਆ ਕਿ ਗਰ ਫਿਰਦੌਸ ਬਰ ਰੂਏ ਜ਼ਿਮੀ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤ। ਜਹਾਂਗੀਰ ਜਿੱਥੇ ਪਛਤਾਵੇ ਵਿੱਚ ਆ ਕੇ ਬੰਦੀ ਛੋੜ ਪ੍ਰੀਤਮ ਪ੍ਰਤੀ ਨਿੰਮੋ ਝੂਣਾ ਸੀ, ਉੱਥੇ ਕਸ਼ਮੀਰ ਦੀ ਧਰਤੀ ਦੇ ਚਸ਼ਮਾ ਵੇਰੀ ਨਾਗ ਵਿਖੇ ਆਪਣੇ ਪ੍ਰਾਣ ਤਿਆਗ ਕੇ ਕਸ਼ਮੀਰ ਦੀ ਬਹਿਸ਼ਤ ਨੂੰ ਅਰਪਣ ਹੋਇਆ। ਵਜ਼ੀਰ ਖਾਨ ਨੇ ਗਵਾਲੀਅਰ ਕਿਲੇ ਦੇ ਉਸ ਖੂਹ ਵਿੱਚ ਪੱਥਰ ਅੰਦਰ ਉਕਰ ਕੇ
ਇਤਿਹਾਸਕ ਸੱਚ ਨੂੰ ਠੋਸ ਸੱਚਾਈ ਦੇ ਰੂਪ ਵਿੱਚ ਟਿਕਾ ਦਿੱਤਾ ਹੈ, ਜੋ ਪੱਥਰ ਗਵਾਲੀਅਰ ਕਿਲੇ ਦੇ ਗੁਰਦੁਆਰੇ ਦੀ ਨਵੀਂ ਇਮਾਰਤ ਉਸਾਰਦਿਆਂ 1964 ਦੇ ਕਰੀਬ ਪ੍ਰਾਪਤ ਹੋਇਆ ਸੀ। ਗਿਆਨੀ ਜੀ ਪੰਜਾਬ ਦੇ ਮਹਾਨ ਸਪੂਤ ਅਤੇ ਕਿਸੇ ਸਮੇਂ ਨਾਨਕ ਪੰਥੀ ਸਹਿਜ ਰਾਮ ਸਫਰ ਦੇ ਪੋਤਰੇ ਅਲਾਮਾ ਇਕਬਾਲ ਦੇ ਕਲਾਮ ਦੀ ਆਮ ਵਰਤੋਂ ਕਰਦੇ ਸਨ। ਇਕਬਾਲ ਦੀ ਉਰਦੂ ਸ਼ਾਇਰੀ ਦੀ ਨਜ਼ਮ ਨਾਨਕ ਸਿਰਲੇਖ ਵਾਲੀ ਨਾਲੋਂ ਵੀ 1000 ਗੁਣਾ ਵੱਧ ਜੁੰਬਸ ਪੈਦਾ ਕਰਨ ਵਾਲੀਆਂ ਹੇਠ ਲਿਖੀਆਂ ਸਤਰਾਂ ਹਨ। ਖਾਲਸਾ ਸ਼ਮਸ਼ੀਰ ਓ ਕੁਰਾਂ ਰਾ ਬਾ ਬੁਰਦ, ਅੰਦਰ ਆ ਕਿਸ਼ਵਰ ਏ ਮੁਸਲਮਾਨੇ ਬਾ ਮੁਰਦ। ਭਾਵ ਕਿ ਜਦ ਹਜ਼ਰਤ ਨੂੰ ਬਖਸ਼ਿਸ਼ ਵਜੋਂ ਪ੍ਰਾਪਤ ਦੋ ਬੇਸ਼ਕੀਮਤ ਰੱਬੀ ਅਮਾਨਤਾਂ ਪ੍ਰਦਾਨ ਹੋਈਆਂ, ਭਾਵ ਕੁਰਾਨ ਪਾਕ ਅਤੇ ਸ਼ਮਸ਼ੀਰ, ਤਾਂ ਰਾਜ ਭਾਗ ਪ੍ਰਾਪਤ ਉਮਤ ਨੂੰ ਹਜ਼ਰਤ ਨੇ ਇਹ ਦੋਵੇਂ ਰੱਬੀ ਸੁਗਾਤਾਂ ਅੱਗੋਂ ਸੌਂਪ ਦਿੱਤੀਆਂ, ਰਹਿਮਦਿਲੀ ਕਿਰਦਾਰ ਨਿਆਉਣ ਦੀ ਚੇਤਾਵਨੀ ਦਿੰਦੇ ਹੋਇਆਂ। ਪਰ ਰਾਜ ਭਾਗ ਦੇ ਬਾਅਦ ਦੇ ਹਵਸੀਆਂ ਨੇ ਕੁਰਾਨ ਪਾਕ ਦੇ ਫਤਵੇ ਹਦੀਸ ਸਹਿਤ ਨਿਰਦੋਸ਼ਾਂ ਦੇ ਸਿਰ ਮੜਨੇ ਸ਼ੁਰੂ ਕਰ ਦਿੱਤੇ। ਨਾ ਸਿਰਫ ਫਤਵੇ, ਸਗੋਂ ਸ਼ਮਸ਼ੀਰ ਨਾਲ ਬੁੱਢੇ, ਬਾਲ, ਔਰਤ, ਮਰਦ ਦਾ ਬੇਦੋਸ਼ਾ ਖੂਨ ਵੀਟਣਾ ਜਾਰੀ ਕਰ ਦਿੱਤਾ। ਅੱਲਾ ਮੀਆਂ ਸਭ ਦੇ ਮਾਲਕ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਉਪਰੰਤ ਖਾਲਸੇ ਦੇ ਹੱਥ ਇਹ ਦੋਵੇਂ ਰੱਬੀ ਰਹਿਮਤਾਂ ਕਿਤਾਬ ਇਲਹਾਮ ਅਤੇ ਤੇਗ ਸ਼ਮਸ਼ੀਰ ਸੌਂਪ ਦਿੱਤੀਆਂ। ਬੇਅੰਤ ਕੁਰਬਾਨੀਆਂ ਤੋਂ ਬਾਅਦ ਖਾਲਸੇ ਨੇ ਲਾਹੌਰ ਵਿਖੇ ਕਬਰ ਵਿੱਚ ਦਫਨਾਈਆਂ। ਇਹ ਦੋਵੇਂ ਰੱਬੀ ਨਿਆਮਤਾਂ ਕਬਰ ਵਿੱਚੋਂ ਕੱਢ ਲਈਆਂ, ਭਾਵ ਹਥਿਆ ਲਈਆਂ। ਇਹ ਦੋਵੇਂ ਵਸਤਾਂ ਜ਼ੁਲਮੇ ਅਬਦੁਲ ਸਮਦ ਦੀ ਧੀ, ਜ਼ਾਲਮ ਜ਼ਕਰੀਆ ਖਾਨ ਦੀ ਭੈਣ ਅਤੇ ਜਾਨਵਰੀ ਮਾਸਖੋਰੇ ਯਹੀਆ ਖਾਨ ਦੀ ਭੂਆ ਤੇ ਰੱਬੀ ਵਿਰਦ ਦੀ ਬਾ ਕਮਾਲ ਰੂਹ ਸਰਫ ਅਲ ਨਸ਼ਾਂ ਦੀਆਂ ਸ਼ਰਈ ਨਿਸ਼ਾਨੀਆਂ ਸਨ, ਜੋ ਉਸਨੇ ਵਸੀਅਤ ਕੀਤੀ ਆਪਣੀ ਮਾਂ ਵੱਲੋਂ ਕਬਰ ਵਿੱਚ ਦਫਨਾਉਣ ਦਾ ਕਾਰਨ ਅਤਿਅੰਤ ਰਹਿਮ ਨਮੋਸ਼ੀ ਦੇ ਪਛਤਾਵੇ ਵਜੋਂ, ਜਿਸ ਦਾ ਜ਼ਿਕਰ ਅਲਾਮਾ ਇਕਬਾਲ ਪੁਸਤਕ ਜਾਵੇਦ ਨਾਮੇ ਵਿੱਚ ਕਰਦਾ ਹੈ। ਮਸਕੀਨ ਜੀ ਨੇ ਸ਼ਹੀਦ ਸੁਬੇਗ ਸਿੰਘ ਅਤੇ ਸਹਿਬਾਜ ਸਿੰਘ ਦੇ ਪ੍ਰਸੰਗ ਵਿੱਚ ਜ਼ਿਕਰ ਕੀਤਾ ਹੈ। ਸਾਰੰਸ਼ ਭੂਮਿਕਾ ਵਜੋਂ ਪੇਸ਼ ਉਪਰੋਕਤ ਵਿਚਾਰਾਂ ਦਾ ਸਾਰੰਸ਼ ਲਿਖਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੇ ਇੱਕ ਨੁਕਤੇ ਉੱਪਰ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮਸਕੀਨ ਜੀ ਦੇ ਗੁਣਗਾਨ ਕੀਤੇ ਹਨ। ਪੰਚਕੋਸ਼ੀ ਭਾਵ ਅੰਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਆਨੰਦਮੈ, ਦਸਮ ਦਵਾਰ, ਸਹਿਜ ਯੋਗ, ਕੁੰਡਲਨੀ ਯੋਗ ਆਦਿ ਦੇ ਅਨੁਭਵੀ ਗੁਹਜ ਨੂੰ ਭਲੀ ਭਾਂਤ ਹੰਢਾਉਣ ਵਾਲੇ ਮਸਕੀਨ ਜੀ ਵੱਲੋਂ ਪਿੱਛੇ ਛੱਡੇ ਖਲਾ ਨੂੰ ਕੌਮ ਵੱਲੋਂ ਕਦੋਂ ਪੂਰਾ ਕੀਤਾ ਜਾਵੇਗਾ। ਜੀਵਤ ਮਰੈ, ਮਰੈ ਫੁਨ ਜੀਵੈ ਦੀ ਰਮਜ਼ ਵੀ ਦੱਸਦੀ ਹੈ ਕਿ ਅੰਨਮਈ ਸਰੀਰ ਹੀ ਬਿਖਰਦਾ ਹੈ, ਬਾਕੀ ਕੋਸ਼ ਇੰਨੇ ਖਿੰਡ ਪੁੰਡ ਨਹੀਂ ਜਾਂਦੇ, ਸਗੋਂ ਸਦਾ ਹੀ ਦਰਸ਼ਨ, ਪਰਸਨ, ਸਰਸਨ, ਹਰਸਨ ਦਾ ਭਾਗ ਬਣੇ ਰਹਿੰਦੇ ਹਨ। ਜੀਵਨ ਮੁਕਤ ਅਤੇ ਆਵਾਗਾਉਣ ਤੋਂ ਆਜ਼ਾਦ ਪਰ ਪਰਉਪਕਾਰ ਤਹਿਤ ਹੁਕਮੀ ਬੰਦੇ ਬਣੇ ਰਹਿੰਦੇ ਹਨ। ਸ੍ਰੀ ਦਸ਼ਮੇਸ਼ ਜੀ ਹੇਮਕੁੰਟ ਅਤੇ ਮਦਰ ਦੇਸ਼ ਵਿਖੇ ਭੇਜੇ ਜਾਣ ਦੀ ਚਿਤਵਨੀ ਖਾਲਸੇ ਨੂੰ ਦੇ ਚੁੱਕੇ ਹਨ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਅਨੁਸਾਰ ਹਥਲੀ ਪੁਸਤਕ ਦੇ ਸੰਪਾਦਕ ਗਿਆਨੀ ਗੁਰਵਿੰਦਰ ਸਿੰਘ ਕੋਮਲ ਦੀ ਲਗਨ ਅਪੂਰਵ ਅਤੇ ਨਿਸ਼ਕਾਮ ਹੈ। ਸਵਾਗਤ ਸਵਾਗਤ। ਪ੍ਰੋਫੈਸਰ ਹਿੰਮਤ ਸਿੰਘ ਪਟਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।